ਆਪ ਲਿਹੋ ਤੁਮ ਕਥਾ ਸੁਧਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਅਰਜਨ ਗੁਰ ਤਾਲਏ ਹੋਈ ਸ਼ਕਤ ਵਿਸਾਲ। ਨੌ ਨਿਧ ਰਿਧ ਸਿਧ ਅਸ਼ਟ ਦਸ ਆਗੈ ਥਿਤ ਸਭ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾ ਰਹੇ ਹੋ। ਮਸਤਕ ਲੱਗਾ ਸਾਧ ਰੇਨ ਵਡਭਾਗ ਜਿਨ੍ਹਾਂ ਦੇ ਕਰਮ ਚੰਗੇ, ਉਹਨਾਂ ਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦਾ, ਕਥਾ ਔਰ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦਾ ਇਤਿਹਾਸ ਸ਼ੁਰੂ ਹੋਇਆ। ਸਰਵਣ ਕਰੀਏ। ਕੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗਵਣੋ ਤੈ ਆਥ ਬਣੋ, ਚੌ ਚੱਕੀ ਕੀਨ ਲੋਆ। ਸਾਰੇ ਸੰਸਾਰ ਵਿੱਚ ਸ਼ਬਦ ਗੁਰੂ ਪ੍ਰਕਾਸ਼ਿਓ, ਹਰ ਰਸਨ ਬਸਾਇਓ। ਸ਼ਬਦ ਗੁਰੂ ਦਾ ਵਰਤਾਰਾ ਵਰਤਾਇਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਅੱਜ ਵਿਸ਼ਵ ਭਰ ਵਿੱਚ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਆਪਾਂ ਕਰਦੇ ਹਾਂ। ਇਹ ਦਾਤ ਵੀ ਸਾਨੂੰ ਪੰਜਵੇਂ ਪਾਤਸ਼ਾਹ ਨੇ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਅਤੇ ਉਹਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕਰਨਾ, ਇਹ ਕੋਈ ਬਹੁਤ ਵੱਡੀ ਸੋਚ ਸੀ ਸਤਿਗੁਰਾਂ ਦੀ। ਨਹੀਂ ਤਾਂ ਅਸੀਂ ਵੀ ਮੂਰਤੀਆਂ ਪੂਜਦੇ ਹੋਣਾ ਸੀ। ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦੇ ਪੁਜਾਰੀ ਬਣਾਇਆ। ਆਓ ਆਪਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਅਰਜਨ ਗੁਰ ਤਾਲਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਹੋਈ ਸ਼ਕਤ ਵਿਸਾਲ। ਮਹਾਨ ਸ਼ਕਤੀਆਂ ਦੇ ਮਾਲਕ ਹੋ ਗਏ ਹਨ ਸਤਿਗੁਰੂ। ਬੇਅੰਤ ਸ਼ਕਤੀਆਂ ਮਹਾਰਾਜ, ਅਕਾਲ ਪੁਰਖ ਵਾਲੇ ਸਾਰੇ ਗੁਣ, ਉਹ ਜਿਹੜੀ ਦੈਵੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੀ, ਉਹ ਗੁਰੂ ਅਰਜਨ ਦੇ ਰੂਪ ਵਿੱਚ ਪ੍ਰਤੱਖ ਹੋ ਕੇ ਵਰਤੀ ਹੈ। ਭਾਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਨ। ਭੱਟਾਂ ਦੇ ਸਵਈਆਂ 'ਚ ਪੜ੍ਹਦੇ ਹਾਂ ਵੀ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਹਰੀ ਦਾ ਪ੍ਰਤੱਖ ਰੂਪ ਹਨ। ਨੌ ਨਿਧ ਰਿਧ ਸਿਧ ਅਸ਼ਟ ਦਸ। 9 ਨਿਧੀਆਂ 18 ਸਿੱਧੀਆਂ, ਸਾਰੀਆਂ ਗੁਪਤ ਪ੍ਰਗਟ ਸ਼ਕਤੀਆਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਖੜ ਗਈਆਂ ਹਨ ਆ ਕੇ। ਆਗੈ ਥਿਤ ਸਭ ਕਾਲ। ਹਰ ਵੇਲੇ ਚਰਨਾਂ 'ਚ ਇਹ ਸਾਰੀਆਂ ਸ਼ਕਤੀਆਂ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸੱਚੇ ਪਾਤਸ਼ਾਹ ਜੀ ਦੇ ਹੱਥ ਦੀ ਤਲੀ 'ਤੇ ਧਰੀਆਂ ਹੋਈਆਂ ਨੇ। ਸਭ ਸ਼ਕਤੀਆਂ ਦੇ ਮਾਲਕ ਹਨ ਸਤਿਗੁਰੂ ਜੀ। ਜੋ ਪਈ ਤੀਨ ਲੋਕ ਮਹਿ ਅਸਨਹਿ ਕੋਈ। ਤਿੰਨਾਂ ਲੋਕਾਂ ਵਿੱਚ, ਪੂਰੇ ਸੰਸਾਰ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ ਐਸਾ ਕੋਈ ਵੀ ਨਹੀਂ ਹੈ ਜਹ ਸੁਕਰੈ ਹਟਾਵੈ ਜੋਈ। ਜਿਹੜਾ ਗੁਰੂ ਅਰਜਨ ਦੇਵ ਜੀ ਦੇ ਕੀਤੇ ਨੂੰ ਟਾਲ ਦੇਵੇ। ਕੋਈ ਇਹੋ ਜਿਹੀ ਸ਼ਕਤੀ ਨਹੀਂ। ਜਿੰਨੇ ਵੱਡੇ ਵੱਡੇ ਇਸ ਸੰਸਾਰ 'ਚ ਦੇਵੀ ਦੇਵਤੇ ਹਨ, ਉਹ ਵੀ ਗੁਰੂ ਅਰਜਨ ਦੇਵ ਜੀ ਦਾ ਜਸ ਗਾਉਂਦੇ ਹਨ। ਜਿਵੇਂ ਕਿ ਬਹੁਤ ਸੁੰਦਰ ਬਚਨ ਬਾਬੇ ਮਥਰੇ ਜੀ ਨੇ ਲਿਖਿਆ ਹੈ ਨਾ, ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ। ਐਸੀ ਉੱਚੀ ਹਸਤੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਹਨ, ਜਿਨ੍ਹਾਂ ਦਾ ਜਸ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਗਾਇਨ ਕਰਦੇ ਹਨ। ਇੰਦਰ ਸਮੇਤ ਦੇਵਤਾ ਸਾਰੇ। ਇੰਦਰ ਦੇ ਸਮੇਤ ਸਾਰੇ ਹੀ ਦੇਵਤੇ, 33 ਕਰੋੜ ਦੇਵੀ ਦੇਵਤੇ ਵੀ ਜਸ ਗਾਉਂਦੇ ਗੁਰੂ ਅਰਜਨ ਦੇਵ ਜੀ ਦਾ। ਗਾਵਣ ਤਦਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤਦਨੋਂ ਸਿੱਧ ਸਮਾਧੀ ਅੰਦਰ, ਗਾਵਣ ਤਦਨੋਂ ਸਾਧ ਵਿਚਾਰੇ। ਐਸਾ ਸਰੂਪ ਹੈ ਮਹਾਰਾਜ ਸਾਹਿਬ ਜੀ ਦਾ, ਪਰਮੇਸ਼ਰ ਦਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਸਭ ਦੇਵੀ ਦੇਵਤੇ ਨਮਸਕਾਰਾਂ ਕਰਦੇ, ਸਰਬ ਦੇਵਤੇ ਕਰੈ ਨਮਸਕਾਰਾ। ਸਾਰੇ ਮਹਾਰਾਜ ਦੇ ਚਰਨਾਂ ਤੇ ਝੁਕਦੇ ਹਨ। ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਸਮਰੱਥ ਸਤਿਗੁਰੂ ਜੀ ਹਨ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਦੇ ਸਮਾਨ ਕੋਈ ਦੇਵੀ ਦੇਵਤਾ ਨਹੀਂ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਭੱਟਾਂ ਦੇ ਸਵਈਏ ਤੇ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਚੋਂ ਵੀ ਇਹ ਗੱਲ ਸਿੱਧ ਹੋ ਜਾਂਦੀ ਹੈ। ਹਾਂਜੀ, ਰਹਿ ਸਦਾ ਆਇਸ ਅਨੁਸਾਰੇ। ਇਹ ਸਾਰੇ ਦੇਵੀ ਦੇਵਤੇ ਮਹਾਰਾਜ ਦੀ ਆਗਿਆ ਵਿੱਚ ਰਹਿੰਦੇ। ਚੰਦ ਸੂਰਜ ਮਹਾਰਾਜ ਦੀ ਆਗਿਆ ਵਿੱਚ ਚੱਲਦੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਨਤ। ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਐਸੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰੂ ਅਰਜਨ ਦੇਵ ਜੀ ਹਨ। ਜਿਸ ਕੋ ਚਹਿ ਨਰਕ ਮਹਿ ਪਾਵਹਿ। ਉਹਨਾਂ ਦੀ ਮਰਜ਼ੀ ਹੈ ਪਾਪੀਆਂ ਨੂੰ ਫੜ ਕੇ ਨਰਕਾਂ 'ਚ ਪਾ ਦੇਣ। ਆਪਣੀ ਮਰਜ਼ੀ ਉਹਨਾਂ ਦੀ ਕਿ ਕੱਢ ਕੇ ਨਰਕਾਂ 'ਚੋਂ ਸੱਚਖੰਡ ਪਹੁੰਚਾ ਦੇਣ। ਜੋ ਵੀ ਕਰਨਾ ਚਾਹਣ ਉਹ ਕਰ ਸਕਦੇ ਹਨ। ਹਾਂਜੀ, ਨਰਕ ਬਿਖੈ ਤੇ ਸੁਰਗ ਪਹੁੰਚਾਵਹਿ। ਨਰਕਾਂ ਵਿੱਚ ਗੋਤੇ ਖਾ ਰਹੇ ਨਰਕੀ ਜੀਵਾਂ ਨੂੰ ਸਵਰਗਾਂ ਵਿੱਚ ਪਹੁੰਚਾ ਦੇਣ, ਉਹਨਾਂ ਦੀ ਮਰਜ਼ੀ ਹੈ। ਜੋ ਚਾਹਣ ਕਰ ਸਕਦੇ, ਸਮਰੱਥਾਵਾਨ ਹਨ, ਜਿਨ੍ਹਾਂ ਦਾ ਕੀਤਾ ਕੋਈ ਮੋੜ ਨਹੀਂ ਸਕਦਾ। ਐਸੇ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮਹਾਰਾਜ ਪਦ ਬਖਸ਼ਹਿ ਰੰਕ। ਮਹਾਰਾਜੇ ਨੂੰ, ਬਾਦਸ਼ਾਹ ਨੂੰ ਭਿਖਾਰੀ ਬਣਾ ਦੇਣ ਤੇ ਭਿਖਾਰੀ ਨੂੰ ਰਾਜ ਤੇ ਬਿਠਾ ਦੇਣ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਇਹੋ ਜਿਹੇ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਰੰਕ ਕਰਹਿ ਰਾਜਾ ਭੂ ਬੰਕ। ਹਾਂ, ਭਿਖਾਰੀ ਨੂੰ ਸਾਰੀ ਧਰਤੀ ਦੇ ਰਾਜੇ ਬਣਾ ਦੇਣਾ ਤੇ ਸਾਰੀ ਧਰਤੀ ਦੇ ਰਾਜੇ ਨੂੰ ਭੀਖ ਮੰਗਾ ਦੇਣੀ। ਇਹ ਉਹਨਾਂ ਦੇ ਹੱਥ ਦੀ ਖੇਡ ਹੈ। ਨਦਰਿਓ ਪੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏਂਦਾ। ਦਰ ਮੰਗਣ ਭਿਖ ਨਾ ਪਾਏਂਦਾ। ਜੇ ਪੁੱਠੀ ਨਿਗਾਹ ਹੋ ਜੇ ਨਾ, ਰਾਜਿਆਂ ਨੂੰ ਭੀਖ ਵੀ ਨਹੀਂ ਮਿਲਦੀ। ਇਹੋ ਜਿਹੀ ਹਾਲਤ ਮਹਾਰਾਜ ਕਰ ਸਕਦੇ ਹਨ। ਤੇ ਜੇ ਉਹਨਾਂ ਦੀ ਕਿਰਪਾ ਹੋ ਜੇ ਤੇ ਭਿਖਾਰੀਆਂ ਨੂੰ ਸਾਰੀ ਧਰਤੀ ਦੇ ਰਾਜੇ ਬਣਾ ਦਿੰਦੇ ਨੇ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਐਸੇ ਮਹਾਰਾਜ ਗੁਰੂ ਅਰਜਨ ਦੇਵ ਜੀ ਹਨ। ਕਹਿ ਬਚਨ ਜੀਵਤ ਕੋ ਮਾਰ ਹੈ। ਉਹਨਾਂ ਦੇ ਬਚਨ ਦੇ ਨਾਲ ਜਿਉਂਦੇ ਮਰ ਜਾਂਦੇ ਨੇ, ਮਰੇ ਜੀ ਪੈਂਦੇ ਨੇ। ਉਹਨਾਂ ਦੇ ਬਚਨ ਵਿੱਚ ਸਮਰੱਥਾ ਹੈ। ਭਾਈ ਸਾਹਿਬ ਜੀ ਇੱਕ ਜਗ੍ਹਾ ਤੇ ਲਿਖਦੇ, ਕੌਣ ਅਰੈ ਸਤ ਗੁਰ ਕੇ ਆਗੇ। ਅਮਰ ਮਰੈ ਅਚਲ ਜੂ ਜਲ ਜਾਏ। ਬੜ ਅਥਾਹ ਕੋ ਥਾਹ ਦੇਤ ਕਰ। ਮਹਾਬਲੀ ਤਤ ਛਿਨ ਨਿਭ ਲਾਏ। ਮੇਰ ਬੜਾਈ ਰਾਈ ਠਾਨਤ। ਪਾਤਸ਼ਾਹ ਕੋ ਰੰਕ ਬਨਾਏ। ਮਹਾਸੂਰਮਾ ਕਾਇਰ ਹੋਵੈ। ਗੁਰ ਇਸ ਤਨਕ ਜੋ ਦ੍ਰਿਸ਼ਟ ਚਲਾਏ। ਕੌਣ ਅੜੇਗਾ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ? ਜਿਹੜਾ ਅੜੇਗਾ ਸੋ ਝੜੇਗਾ, ਜੋ ਸ਼ਰਨ ਪਰੇਗਾ ਸੋ ਤਰੇਗਾ। ਹਾਂਜੀ, ਮਰਤੇ ਕੋ ਤਤਕਾਲ ਉਬਰ ਹੈ। ਮਰਦੇ ਨੂੰ ਬਚਾ ਸਕਦੇ ਹਨ, ਤਤਕਾਲ ਮੁਰਦੇ 'ਚ ਜਾਨ ਪਾ ਸਕਦੇ ਹਨ। ਤੇ ਸਤਿਗੁਰੂ ਇੰਨੇ ਸਮਰੱਥ ਹਨ, ਜਮ ਦੀ ਪੁਰੀ ਗਏ ਹੋਏ ਜੀਵ ਨੂੰ ਮੋੜ ਕੇ ਲਿਆ ਸਕਦੇ ਹਨ। ਜਦੋਂ ਭਾਈ ਸੰਮਣ ਨੇ ਆਪਣੇ ਪੁੱਤਰ ਮੂਸਣ ਦਾ ਸਿਰ ਵੱਢ ਕੇ ਸੇਵਾ ਲੰਗਰ ਦੀ ਨਿਭਾਈ ਸੀ ਤੇ ਮੂਸਣ ਦਾ ਸਿਰ ਧੜ ਨਾਲੋਂ ਵੱਖਰਾ ਹੋਇਆ, ਚੁਬਾਰੇ ਵਿੱਚ ਉਹਨੇ ਰੱਖਿਆ ਹੋਇਆ ਸੀ। ਤੇ ਸਤਿਗੁਰੂ ਕਹਿੰਦੇ, ਭਾਈ ਸੰਮਣ ਤੇਰਾ ਪੁੱਤਰ ਨਹੀਂ ਦਿਸਦਾ, ਮੂਸਣ ਕਿੱਥੇ ਹੈ? ਉਹ ਕਹਿੰਦਾ, ਮਹਾਰਾਜ ਇੱਥੇ ਕਿਤੇ ਹੋਵੇਗਾ, ਸੇਵਾ 'ਚ ਲੱਗਾ, ਤੁਸੀਂ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ, ਨਹੀਂ ਭਾਈ, ਪਹਿਲਾਂ ਮੂਸਣ ਨੂੰ ਬੁਲਾ, ਫੇਰ ਲੰਗਰ ਛਕਾਂਗੇ। ਕਹਿੰਦਾ, ਮਹਾਰਾਜ ਜਿੱਥੇ ਮੂਸਣ ਹੈ ਉੱਥੇ ਮੇਰੀ ਆਵਾਜ਼ ਨਹੀਂ ਜਾਂਦੀ। ਪਿਓ ਸੀ ਨਾ, ਤੇ ਗਲ ਭਰ ਗਿਆ ਤੇ ਅੱਖਾਂ 'ਚ ਹੰਝੂ ਆ ਗਏ, ਪਰ ਗੱਲ ਨੂੰ ਛੁਪਾਉਣਾ ਚਾਹੁੰਦਾ ਸੀ ਵੀ ਕਿਤੇ ਗੁਰੂ ਸਾਹਿਬ ਦਾ ਪ੍ਰਸ਼ਾਦਾ ਨਾ ਰੁਕ ਜਾਵੇ। ਕਹਿੰਦਾ, ਮਹਾਰਾਜ ਮੇਰੀ ਆਵਾਜ਼ ਤਾਂ ਜਾਂਦੀ ਨਹੀਂ, ਤੁਹਾਡੀ ਜਾਂਦੀ ਤਾਂ ਬੁਲਾ ਲਓ। ਤੇ ਮਹਾਰਾਜ ਕਹਿੰਦੇ, ਉਹ ਭਾਈ ਮੂਸਣ ਆ ਬਈ, ਛੇਤੀ ਆ, ਪ੍ਰਸ਼ਾਦਾ ਛਕਾ, ਸੰਗਤ ਉਡੀਕਦੀ ਹੈ। ਚੁਬਾਰੇ 'ਚੋਂ ਆਵਾਜ਼ ਆਈ, ਮਹਾਰਾਜ ਮੈਂ 1 ਮਿੰਟ ਆਇਆ, ਹੁਣੇ ਆਇਆ। ਦੌੜ ਕੇ ਆਇਆ ਤੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਜਿਹਦਾ ਸਤਿਗੁਰੂ ਪਾਤਸ਼ਾਹ ਰਾਖਾ, ਉਹਨੂੰ ਕੌਣ ਮਾਰ ਸਕਦਾ ਹੈ?
ਐਸੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਸਤਿਗੁਰੂ ਹਨ। ਹਾਂਜੀ, ਰਿਸ ਪ੍ਰਸੰਨਤਾ ਸਫਲ ਵਿਸਾਰਦਾ। ਉਹਨਾਂ ਦੀ ਖੁਸ਼ੀ ਵੀ ਕੁਲਾਂ ਤਾਰ ਦਿੰਦੀ ਹੈ, ਤੇ ਜੇ ਉਹਨਾਂ ਦੀ ਕੋਈ ਕਿਸੇ ਤੇ ਕਰੋਪੀ ਹੋ ਜਾਵੇ ਤੇ ਕੁਲਾਂ ਗਾਲ ਦਿੰਦੀ ਹੈ। ਹਾਂਜੀ, ਨਾਸਨ ਬਖਸ਼ਣ ਹੈ ਤਤਕਾਲਾ। ਜੇ ਉਹ ਬਖਸ਼ਣਾ ਚਾਹਣ ਤੇ ਵੱਡੇ ਵੱਡੇ ਅਪਰਾਧੀ ਗੁਨਾਹਗਾਰਾਂ ਨੂੰ ਬਖਸ਼ ਸਕਦੇ ਹਨ। ਉਹਨਾਂ ਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਤੇ ਜੇ ਉਹ ਕਿਸੇ ਨੂੰ ਨਾਸ ਕਰਨਾ ਚਾਹਣ ਤੇ ਕੋਈ ਉਹਨੂੰ ਫਿਰ ਬਚਾ ਵੀ ਨਹੀਂ ਸਕਦਾ। ਐਸੇ ਸਤਿਗੁਰੂ ਸਮਰੱਥ, ਸਭ ਤੇ ਵੱਡ ਸਮਰੱਥ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਇਮ ਸਮਰੱਥਤਾ ਕਹਾਂ ਛੁਪਾਈ। ਇਤਨੀ ਸਮਰੱਥਾ ਨੂੰ, ਇਤਨੀ ਤਾਕਤ ਨੂੰ ਛੁਪਾ ਕੇ ਰੱਖਣਾ ਬੜਾ ਔਖਾ ਹੈ। ਅਜਰ ਨੂੰ ਜਰਨਾ ਬੜਾ ਔਖਾ ਹੈ। ਮਹਾਰਾਜ ਉਹ ਜਰ ਰਹੇ ਹਨ। ਆਪਣੀ ਉਸ ਤਾਕਤ ਨੂੰ ਸ਼ੋਅ ਨਹੀਂ ਹੋਣ ਦਿੰਦੇ, ਪ੍ਰਗਟ ਨਹੀਂ ਹੋਣ ਦਿੰਦੇ। ਭਾਣੇ ਵਿੱਚ ਰਾਜੀ ਰਹਿਣਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਕੋਈ ਸਿੱਖੇ। ਸਮਰੱਥਾ ਹੁੰਦਿਆਂ, ਤਾਕਤ ਹੁੰਦਿਆਂ, ਮਾਣ ਹੁੰਦਿਆਂ, ਤਾਣ ਹੁੰਦਿਆਂ, ਤੇ ਫਿਰ ਨਿਮਾਣੇ ਤੇ ਨਿਤਾਣੇ ਬਣ ਕੇ ਰਹਿਣਾ, ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਆਇਆ ਹੈ। ਹਾਂਜੀ, ਅਨੇਕ ਹੇਤੇ ਹੋਇ ਬਿਦਤਾਈ। ਅਨੇਕਾਂ ਕਾਰਨਾਂ ਕਰਕੇ ਉਹ ਜਿਹੜੀ ਸ਼ਕਤੀ ਹੈ ਨਾ, ਮਹਾਰਾਜ ਤਾਂ ਛੁਪਾਉਂਦੇ ਫਿਰ ਪ੍ਰਗਟ ਹੋ ਜਾਂਦੀ ਹੈ। ਜਿਵੇਂ ਬਚਨ ਆਉਂਦਾ ਨਾ ਬਾਣੀ ਦੇ ਵਿੱਚ, ਇਹ ਰਤਨ ਨਾ ਛਪਿਆ ਛੁਪਾਇਆ, ਅਨੇਕ ਯਤਨ ਕਰ ਹਿਰਦੈ ਰਾਖਿਆ, ਇਹ ਰਤਨ ਨਾ ਛਪਿਆ ਛੁਪਾਇਆ। ਇਹ ਛੁਪਦਾ ਹੀ ਨਹੀਂ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰੀ ਦਾ ਭਗਤ ਪ੍ਰਗਟ ਹੋ ਜਾਂਦਾ, ਉਹ ਛਪਦਾ ਨਹੀਂ। ਹਾਂਜੀ, ਸਿੱਖ ਸੇਵਕ ਪਰਖੈ ਬਹੁ ਭਾਂਤੀ। ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ ਪਰਖਦੇ ਹਨ, ਵੇਖਦੇ ਹਨ ਮਹਾਰਾਜ ਦੀ ਸ਼ਕਤੀ ਨੂੰ, ਕਿ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਪੂਰਨ ਹਨ। ਇਹਨਾਂ ਦੇ ਅੰਦਰ ਉਹੀ ਕਲਾ ਹੈ ਜਿਹੜੀ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਵਿੱਚ ਸੀ, ਜਿਹੜੀ ਸਤਿਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵਿੱਚ ਸੀ। ਉਹੀ ਜੋਤ ਪੰਜਵੇਂ ਜਾਮੇ 'ਚ ਪ੍ਰਗਟ ਹੋਈ ਹੈ। ਹਾਂਜੀ, ਸਭ ਘਟ ਘਟ ਕੀ ਜਾਣਹਿ ਬਾਤੀ। ਘਟ ਘਟ ਦੀ ਜਾਣਦੇ ਨੇ, ਹਿਰਦੇ ਦੀ ਜਾਣਦੇ ਨੇ। ਹਰ ਸਿੱਖ ਦੇ ਮਨ ਵਿੱਚ ਕਿੱਥੇ ਬੈਠਾ ਸਿੱਖ ਕੀ ਸੋਚ ਰਿਹਾ। ਸਾਧ ਸੰਗਤ ਜੀ, ਇਹ ਗੁਰੂ ਅਤੇ ਸਾਡੇ 'ਚ ਇਹੀ ਤਾਂ ਫਰਕ ਹੈ। ਸਾਨੂੰ ਤਾਂ ਆਪਣੇ ਮਨ ਦਾ ਨਹੀਂ ਪਤਾ ਵੀ ਸਾਡੇ ਮਨ 'ਚ ਕੀ, ਕਿਹੜੇ ਵੇਲੇ ਕੀ ਖਿਆਲ ਆ ਜਾਣਾ। ਦੂਜੇ ਦੇ ਦਿਲ ਦੀ ਅਸੀਂ ਕੀ ਜਾਣਨੀ ਹੈ। ਗੁਰੂ ਸਾਹਿਬ ਦਾ ਅਤੇ ਸਾਡਾ ਸਿੱਖ ਦਾ ਇਹ ਫਰਕ ਹੈ ਵੀ ਗੁਰੂ ਸਾਹਿਬ ਸਾਡੇ ਹਿਰਦਿਆਂ ਦੀ ਜਾਣਦੇ ਹਨ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਰਿਆਂ ਦੇ ਹਿਰਦੇ ਦੀ ਜਾਣਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਅਜ਼ਮਤ ਜੁਤ ਸਿੱਖ ਕੇਤਕ ਹੈ। ਗੁਰੂ ਸਾਹਿਬ ਦੇ ਸਿੱਖ ਵੀ ਬੜੇ ਕਰਾਮਾਤੀ ਸ਼ਕਤੀਆਂ ਵਾਲੇ, ਅਜ਼ਮਤਾਂ ਦੇ ਮਾਲਕ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਭਾਈ ਗੁਰਦਾਸ ਜੀ, ਧੰਨ ਬਾਬਾ ਮੋਹਰੀ ਜੀ, ਹੋਰ ਬੜੇ ਬੜੇ ਮਹਾਂਪੁਰਸ਼ ਗੁਰਸਿੱਖ ਜਿਨ੍ਹਾਂ ਦੇ ਕੋਲ ਬੇਅੰਤ ਸ਼ਕਤੀਆਂ ਹਨ, ਪਰ ਅਜਰ ਨੂੰ ਜਰਦੇ ਹਨ। ਹਾਂਜੀ, ਗੁਰੂ ਸਰੂਪ ਹਿਰਦੈ ਸਭ ਲਹੈ। ਉਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸ਼ਕਤੀ ਨੂੰ ਜਾਣਦੇ ਹਨ, ਕਿਉਂਕਿ ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਜਿਹਨੂੰ ਆਪ ਨਹੀਂ ਪਤਾ ਉਹਨੇ ਦੂਜੇ ਦਾ ਕੀ ਪਤਾ ਲਾਣਾ। ਜਿੰਨੀ ਗੁਰੂ ਦੀ ਸ਼ਕਤੀ ਹੈ, ਗੁਰੂ ਦੀ ਤਾਕਤ ਹੈ, ਉਹ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਸਮਝਦੇ ਹਨ ਕਿ ਗੁਰੂ ਸਾਹਿਬ 'ਚ ਕਿੰਨੀ ਪਾਵਰ ਹੈ, ਕਿੰਨੀ ਸ਼ਕਤੀ ਹੈ, ਕਿੰਨੀ ਤਾਕਤ ਦੇ ਮਾਲਕ ਹਨ ਸਤਿਗੁਰੂ। ਕਿਉਂਕਿ ਉਹ ਬਾਬਾ ਬੁੱਢਾ ਜੀ ਕੋਲ ਵੀ ਮਹਾਰਾਜ ਦੀ ਕਿਰਪਾ ਅਤੇ ਬਖਸ਼ਿਸ਼ ਉਸੇ ਤਰ੍ਹਾਂ ਹੀ ਹੈ। ਗੁਰਸਿੱਖਾਂ ਨੂੰ ਗੁਰੂ ਦੀ ਸ਼ਕਤੀ ਦਾ ਪਤਾ ਹੈ, ਜਾਣਦੇ ਹਨ ਵੀ ਗੁਰੂ ਅਰਜਨ ਦੇਵ ਜੀ ਪੂਰੇ ਗੁਰੂ ਹਨ। ਹਾਂਜੀ, ਕਰਹਿ ਬੰਦਨਾ ਸੇਵਹਿ ਪਾਸ। ਆ ਕੇ ਸਿੱਖ ਮਹਾਰਾਜ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਨਮਸਕਾਰਾਂ ਕਰਦੇ ਨੇ, ਮੱਥਾ ਟੇਕਦੇ ਨੇ, ਸੇਵਾ ਕਰਦੇ ਨੇ ਅਤੇ ਆਪਣਾ ਜੀਵਨ ਸਫਲਾ ਕਰਦੇ ਨੇ। ਖਰੇ ਹੋਏ ਬੋਲੇ ਅਰਦਾਸ। ਗੁਰੂ ਮਹਾਰਾਜ ਦੇ ਚਰਨਾਂ 'ਚ ਖੜ੍ਹ ਕੇ ਅਰਦਾਸ ਕਰਦੇ ਨੇ। ਜੋ ਮੰਗੇ ਹੈ ਠਾਕੁਰ ਆਪਣੇ, ਤੇ ਸੋਈ ਸੋਈ ਦੇਵੈ। ਤੇ ਜੋ ਕੋਈ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ। ਹਾਂਜੀ, ਰਾਮਦਾਸ ਗੁਰ ਸੁਨਹਿ ਚਲਾਨਾ। ਸਿੱਖਾਂ ਨੂੰ ਦੂਰ ਦੂਰ ਰਹਿੰਦੇ ਹੋਏ ਸਿੱਖਾਂ ਨੂੰ ਖਬਰਾਂ ਮਿਲ ਰਹੀਆਂ ਨੇ ਕਿ ਗੁਰੂ ਰਾਮਦਾਸ ਜੀ ਸੱਚਖੰਡ ਚਲਾਣਾ ਕਰ ਗਏ ਨੇ, ਜੋਤੀ ਜੋਤ ਸਮਾ ਗਏ ਨੇ। ਸੰਗਤ ਆਏ ਭੇਟ ਲੈ ਨਾਨਾ। ਤੇ ਹੁਣ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਤੇ ਛੋਟੇ ਸਾਹਿਬਜ਼ਾਦੇ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ। ਚਲੋ ਚਲੀਏ, ਦਰਸ਼ਨ ਕਰੀਏ,
ਕੋਈ ਕਸ਼ਮੀਰ ਤੋਂ ਆ ਰਿਹਾ, ਕੋਈ ਲੰਮੇ ਦੇਸ਼ ਤੋਂ, ਕੋਈ ਨੱਕੇ ਦੇਸ਼ ਤੋਂ, ਕੋਈ ਧੰਨੀ ਕੇ ਪੋਠੋਹਾਰ ਤੋਂ, ਕੋਈ ਕਾਬਲ ਕੰਧਾਰ ਤੋਂ, ਕੋਈ ਪੰਜਾਬ ਦੇ ਮਾਝੇ ਮਾਲਵੇ ਦੁਆਬੇ ਤੇ ਸਾਧ ਸੰਗਤ ਜੀ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖ ਵਹੀਰਾਂ ਘੱਤ ਕੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਆਉਂਦੇ ਨੇ। ਦਰਸ਼ਨ ਕਰਹਿ ਭਾਵਨਾ ਪਾਵ ਹੈ। ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਗੁਰਦੇਵ ਜੀ ਦੇ ਦਰਸ਼ਨ ਕਰਦੇ ਨੇ ਤੇ ਜੋ ਵੀ ਭਾਵਨਾ ਲੈ ਕੇ ਆਉਂਦੇ ਪੂਰੀ ਹੁੰਦੀ ਹੈ। ਹਾਂਜੀ, ਗੁਣ ਗਨ ਗਾਵਤ ਸਦਨ ਸਿਧਾਵ ਹੈ। ਤੇ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਜਦੋਂ ਵਾਪਸ ਮੁੜਦੇ ਨਾ, ਰਾਹ ਵਿੱਚ ਆਪਣੇ ਗੁਰੂ ਦੇ ਗੁਣ ਗਾਉਂਦੇ ਜਾਂਦੇ ਵੀ ਮੇਰੇ ਸਤਿਗੁਰੂ ਪੂਰੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਗੁਰੂ ਹਨ। ਦੇਸ਼ ਵਿਦੇਸ਼ਨ ਭੇ ਬਖਿਆਤ। ਦੇਸਾਂ ਵਿਦੇਸਾਂ ਸਾਰੀ ਦੁਨੀਆ 'ਚ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧੀ ਹੋ ਗਈ ਹੈ। ਹਾਂਜੀ, ਗਾਦੀ ਪਰ ਬੈਠੇ ਲਗਤਾਤ। ਇਹ ਗੱਲ ਪ੍ਰਗਟ ਪ੍ਰਸਿੱਧ ਹੋ ਗਈ ਹੈ ਕਿ ਗੁਰੂ ਰਾਮਦਾਸ ਜੀ ਗੱਦੀ ਆਪਣੇ ਛੋਟੇ ਪੁੱਤਰ ਨੂੰ ਦੇ ਕੇ ਜੋਤੀ ਜੋਤ ਸਮਾਏ ਹਨ। ਸ੍ਰੀ ਨਾਨਕ ਕੀ ਜੋਤ ਬਿਲੰਦ। ਉਹਨਾਂ ਦੇ ਵਿੱਚ ਗੁਰੂ ਨਾਨਕ ਦੀ ਜੋਤ ਲਟਾਲਟ ਜਗ ਰਹੀ ਹੈ, ਜੋਤ ਪ੍ਰਕਾਸ਼ ਹੋ ਰਹੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦਾ ਹੀ ਰੂਪ ਹਨ। ਮਹਿਦ ਬਿਰਾਜਤ ਅਰਜਨ ਚੰਦ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਹੀ ਸੋਭਾ ਪਾ ਰਹੇ, ਬਹੁਤ ਜ਼ਿਆਦਾ ਹੀ। ਮਹਿਦ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਉਹਨਾਂ ਦਾ ਪ੍ਰਕਾਸ਼ ਹੈ। ਗੱਦੀ 'ਤੇ ਜਦੋਂ ਬਿਰਾਜਮਾਨ ਹੁੰਦੇ ਨੇ, ਉਹਨਾਂ ਦੇ ਦਰਸ਼ਨ ਕਰੀਦੇ ਨੇ, ਮਨ ਨੂੰ ਉਹੀ ਆਨੰਦ, ਉਹੀ ਸ਼ਾਂਤੀ, ਸੁੱਖ ਮਿਲਦਾ ਜਿਹੜਾ ਵੱਡੇ ਗੁਰੂ ਸਾਹਿਬਾਂ ਤੋਂ ਮਿਲਦਾ ਸੀ। ਹਾਂਜੀ, ਸ੍ਰੀ ਅੰਮ੍ਰਿਤਸਰ ਪ੍ਰਿਥਿਆ ਰਹਿਓ। ਇੱਧਰ ਸ੍ਰੀ ਗੋਇੰਦਵਾਲ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਬੈਠੇ ਹਨ ਤੇ ਸ੍ਰੀ ਅੰਮ੍ਰਿਤਸਰ 'ਚ ਬਾਬਾ ਪਿਰਥੀ ਚੰਦ ਬੈਠਾ ਹੋਇਆ। ਬਾਬਾ ਪਿਰਥੀ ਚੰਦ ਗੋਇੰਦਵਾਲ 2-4 ਦਿਨ ਰਹਿ ਕੇ ਜ਼ੋਰ ਲਾ ਬੈਠਾ ਸੀ। ਕੋਈ ਉਹਨੂੰ ਮੱਥਾ ਨਹੀਂ ਸੀ ਟੇਕਦਾ, ਗੋਇੰਦਵਾਲ ਉਹਦੀ ਕੋਈ ਮਾਨਤਾ ਨਹੀਂ ਸੀ ਹੁੰਦੀ। ਇਸ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਚਲਾ ਗਿਆ ਸੀ। ਸ੍ਰੀ ਅੰਮ੍ਰਿਤਸਰ ਪਿਰਥੀਆ ਰਹਿਓ। ਪਿਰਥੀਆ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਹੈ। ਮੈਂ ਗੁਰ ਬਣਿਓ ਬਹੁਤ ਹੀ ਕਹਿਓ। ਲੋਕਾਂ ਨੂੰ ਕਹਿੰਦਾ ਫਿਰਦਾ ਕਿ ਮੈਂ ਗੁਰੂ ਬਣ ਗਿਆ, ਮੈਨੂੰ ਪੱਗ ਵੱਜੀ ਹੈ, ਸਾਰੇ ਸੰਗਤ 'ਚ ਦਸਤਾਰ ਮੇਰੇ ਸਿਰ ਤੇ ਵੱਜੀ ਹੈ। ਇਸ ਕਰਕੇ ਬਈ ਸਾਰੇ ਸੁਣ ਲਓ, ਗੁਰੂ ਅਰਜਨ ਦੇਵ ਗੁਰੂ ਨਹੀਂ, ਮੈਂ ਗੁਰੂ ਹਾਂ। ਤੋ ਨ ਪੂਜਾ ਕੋਏ ਚੜਾਵ ਹੈ। ਕਹਿੰਦਾ ਤਾਂ ਰੋਜ਼ ਫਿਰਦਾ ਪਿਰਥੀਆ, ਪਰ ਕੋਈ ਆ ਕੇ ਉਹਨੂੰ ਮੱਥਾ ਨਹੀਂ ਟੇਕਦਾ, ਕੋਈ ਉਹਦੀ ਪੂਜਾ ਨਹੀਂ ਕਰਦਾ, ਕੋਈ ਉਹਦੇ ਚਰਨਾਂ 'ਚ ਨਮਸਕਾਰ ਨਹੀਂ ਕਰਦਾ। ਹਾਂਜੀ, ਨਹੀਂ ਜਾਇ ਕਰ ਸੀਸ ਨਿਵਾਵ ਹੈ। ਕੋਈ ਵੀ ਉਹਨੂੰ ਸਿਰ ਨਹੀਂ ਝੁਕਾਉਂਦਾ, ਨਮਸਕਾਰ ਨਹੀਂ ਕਰਦਾ। ਬਹੁਤ ਬਸੂਰਤ ਕਰਤ ਉਪਾਏ। ਪਿਰਥੀਆ ਬੜਾ ਝੂਰਦਾ ਰਹਿੰਦਾ ਹੈ ਆਪਣੇ ਮਨ ਦੇ ਵਿੱਚ, ਬੜੇ ਹੀਲੇ, ਬੜੇ ਉਪਰਾਲੇ ਕਰਦਾ ਰਹਿੰਦਾ ਵੀ ਕਿਸੇ ਤਰ੍ਹਾਂ ਗੁਰਿਆਈ ਗੱਦੀ ਦਾ ਮੇਰਾ ਪ੍ਰਚਾਰ ਹੋਵੇ, ਲੋਕ ਮੈਨੂੰ ਗੁਰੂ ਮੰਨਣ, ਪਰ ਕੋਈ ਉਹਦੀ ਸੁਣਦਾ ਨਹੀਂ। ਸੰਗਤ ਪਰ ਕੁਛ ਬਸ ਨਾ ਬਸਾਏ। ਸੰਗਤ ਉੱਤੇ ਉਹਦਾ ਕੋਈ ਵਸ ਨਹੀਂ ਚੱਲਦਾ। ਸੰਗਤ ਨੂੰ ਹੁਣ ਕੋਈ ਜ਼ਬਰਦਸਤੀ ਤਾਂ ਨਹੀਂ ਨਾ ਕਰ ਸਕਦਾ। ਬੜਾ ਜ਼ੋਰ ਲਾਉਂਦਾ ਪਿਰਥੀਆ ਆਪਣੇ ਮਗਰ ਲਾਉਣ ਲਈ, ਪਰ ਸਾਧ ਸੰਗਤ ਜਿਹੜੀ ਗੁਰੂ ਕੀ ਸੰਗਤ ਹੈ ਨਾ, ਜਿਹੜੇ ਗੁਰਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੋਵੇ ਸਿੱਖ, ਕੁਰੈਤਾਂ ਤੋਂ ਬਚਿਆ ਹੋਵੇ, ਵਾਹਿਗੁਰੂ ਸਿਮਰਨ ਅਭਿਆਸ ਕਰਦਾ ਹੋਵੇ, ਉਹਨੂੰ ਨਹੀਂ ਕੋਈ ਭੁਲਾ ਸਕਦਾ। ਜਿਹੜਾ ਕੋਈ ਮੇਰੇ ਵਰਗਾ ਢਿੱਲਾ ਮੱਠਾ, ਉਹਨੂੰ ਭਾਵੇਂ ਕੋਈ ਭੁਲੇਖਾ ਪਾ ਲਵੇ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਬੜੇ ਸੋਝੀ ਵਾਲੇ, ਨਾਮ ਰਸੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਗੁਰਬਾਣੀ ਦੇ ਅਭਿਆਸੀ, ਉਹਨਾਂ ਨੂੰ ਸਾਧ ਸੰਗਤ ਦੀ ਪਿਰਥੀਆ ਕੀ ਭੁਲਾਵੇਗਾ। ਸੰਗਤ ਤੇ ਪਿਰਥੀਆ ਦਾ ਵਸ ਨਹੀਂ ਚੱਲਦਾ, ਕੁੜਦਾ ਸੜਦਾ ਰਹਿੰਦਾ ਹੈ। ਹਾਂਜੀ, ਸ੍ਰੀ ਅਰਜਨ ਜੀ ਗੋਇੰਦਵਾਲ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੈਠੇ ਹਨ। ਏਤਿਕ ਮਾਸ ਬਸੇ ਸੁਖ ਨਾਲ। ਉੱਥੇ ਕੁਝ ਮਹੀਨੇ ਮਹਾਰਾਜ ਜੀ ਰਹੇ ਹਨ ਆਪਣੇ ਨਾਨਾ ਜੀ ਦੇ ਘਰ। ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਇੱਕ ਜਨਮ ਗੁਰੂ ਸਾਹਿਬ ਦਾ ਘਰ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਹੈ। ਇਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੀ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ 'ਚ ਅਵਤਾਰ ਧਾਰਿਆ ਸੀ। ਸੋ ਉਸ ਜਗ੍ਹਾ 'ਤੇ ਹੀ ਸਤਿਗੁਰੂ ਰਹਿ ਰਹੇ ਹਨ। ਹਾਂਜੀ, ਸ੍ਰੀ ਗੁਰੂ ਰਾਮਦਾਸ ਗੁਰਦਾਸ। ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਦੇ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਆਗਰੇ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ। ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਨੇ
ਭਾਈ ਗੁਰਦਾਸ ਜੀ ਨੂੰ ਬਖਸ਼ਿਸ਼ਾਂ ਕਰਕੇ ਗੋਇੰਦਵਾਲ ਤੋਂ ਤੋਰਿਆ ਸੀ ਵੀ ਜਾਓ ਆਗਰੇ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰੋ। ਦਿੱਲੀ ਤੋਂ 200 ਮੀਲ ਅੱਗੇ ਆਗਰਾ ਸ਼ਹਿਰ ਹੈ। ਆਗਰਾ ਹਿੰਦੁਸਤਾਨ ਦੀ ਕਈ ਵਾਰੀ ਰਾਜਧਾਨੀ ਰਹੀ ਹੈ। ਉਸ ਵੇਲੇ ਵੀ ਆਗਰਾ ਰਾਜਧਾਨੀ ਸੀ। ਆਗਰੇ ਵਿੱਚ ਸਿਕੰਦਰਾਬਾਦ, ਆਗਰਾ, ਇੱਧਰ ਧੌਲਪੁਰ, ਗਵਾਲੀਅਰ, ਇਹ ਬੜੇ ਪੁਰਾਣੇ ਇਤਿਹਾਸਕ ਕਿਲੇ, ਬਿਲਡਿੰਗਾਂ ਹੁਣ ਵੀ ਖੜ੍ਹੀਆਂ ਨੇ। ਹਿੰਦੁਸਤਾਨ ਦੀ ਬਹੁਤੀ ਹਿਸਟਰੀ ਜਿਹੜੀ ਪੁਰਾਣੀ ਮੁਗਲਾਂ ਦੇ ਸਮੇਂ ਦੀ ਉਹ ਦੇਖਣੀ ਹੋਵੇ ਤਾਂ ਆਗਰੇ ਸ਼ਹਿਰ ਜਾਓ। ਤਾਜ ਮਹਿਲ ਵੀ ਉੱਥੇ ਹੀ ਹੈ। ਉਸ ਵੇਲੇ ਵੀ ਮੁਗਲਾਂ ਦਾ ਉੱਥੇ ਬੜਾ ਪ੍ਰਚਾਰ ਸੀ ਅਤੇ ਰਾਜ ਭਾਗ ਸੀ। ਰਾਜਧਾਨੀ ਵਿੱਚ ਗੁਰਸਿੱਖੀ ਦਾ ਪ੍ਰਚਾਰ ਵੀ ਕਰਨਾ ਜ਼ਰੂਰੀ ਹੈ। ਇਸ ਕੰਮ ਲਈ ਭਾਈ ਸਾਹਿਬ ਗੁਰਦਾਸ ਜੀ ਨੂੰ ਸਤਿਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕਰਕੇ ਆਪਣੀਆਂ ਰਹਿਮਤਾਂ ਦੇ ਕੇ ਤੋਰਿਆ ਸੀ। ਹਾਂਜੀ। ਪਠਿਓ ਆਗਰੇ ਸੰਗਤ ਪਾਸ। ਭਾਈ ਸਾਹਿਬ ਗੁਰਦਾਸ ਜੀ ਆਗਰੇ ਸੰਗਤ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ ਸਨ। ਸੋ ਵੀ ਤਿਆਰ ਹੋਏ ਚੱਲ ਪਰਿਓ। ਜਦੋਂ ਭਾਈ ਗੁਰਦਾਸ ਜੀ ਨੂੰ ਆਗਰੇ ਖਬਰ ਮਿਲੀ ਕਿ ਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾ ਗਏ ਅਤੇ ਗੱਦੀ 'ਤੇ ਗੁਰੂ ਅਰਜਨ ਦੇਵ ਜੀ ਬੈਠੇ ਹਨ, ਤਾਂ ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਪਏ। ਸੁਨ ਪਰਲੋਕ ਪਿਆਨਾ ਕਰਿਓ। ਗੁਰੂ ਰਾਮਦਾਸ ਜੀ ਦੇ ਪਰਲੋਕ ਗਮਨ ਦੀ ਖਬਰ ਆਗਰੇ ਪਹੁੰਚੀ ਅਤੇ ਭਾਈ ਸਾਹਿਬ ਗੁਰਦਾਸ ਜੀ ਨੇ ਉੱਥੋਂ ਆਗਰੇ ਤੋਂ ਚਾਲਾ ਪਾਇਆ। ਗੁਰਦੇ ਦਿਜਨ ਦਾਨ ਬਹੁ ਤੇਰਾ। ਇੱਧਰ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਗਰੀਬ ਗੁਰਬੇ ਨੂੰ, ਲੋੜਵੰਦਾਂ ਨੂੰ ਬੜੀਆਂ ਬਖਸ਼ਿਸ਼ਾਂ ਦਿੰਦੇ। ਕੋਈ ਆ ਜਾਏ, ਕੋਈ ਕਹਿੰਦਾ ਮਹਾਰਾਜ ਮੇਰੇ ਘਰ ਰੋਟੀ ਪਾਣੀ ਦਾ ਖਰਚੇ ਦਾ ਕੋਈ ਬੰਦੋਬਸਤ ਨਹੀਂ, ਉਹਨੂੰ ਵੀ ਮਹਾਰਾਜ ਉਹਦੇ ਪਰਿਵਾਰ ਦਾ ਗੁਜ਼ਾਰੇ ਜੋਗਾ ਮਾਇਆ ਗੁਰੂ ਦੀ ਗੋਲਕ 'ਚੋਂ ਦੇ ਦਿੰਦੇ ਹਨ। ਕਿਉਂਕਿ ਗੁਰੂ ਦੀ ਗੋਲਕ ਨਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਹ ਗੁਰੂ ਘਰ ਦੀ ਮਾਇਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਭੁੱਖੇ ਦੇ ਪ੍ਰਸ਼ਾਦੇ ਲਈ ਹੈ, ਦੂਜੇ ਨੰਬਰ 'ਤੇ ਨੰਗੇ ਨੂੰ ਕੱਪੜਾ ਦੇਣ ਲਈ ਹੈ, ਤੀਜੇ ਨੰਬਰ 'ਤੇ ਬਿਮਾਰ ਨੂੰ ਦਵਾਈ ਦੇਣ ਲਈ ਹੈ, ਚੌਥੇ ਨੰਬਰ 'ਤੇ ਅਨਪੜ੍ਹ ਨੂੰ ਵਿੱਦਿਆ ਦੇਣ ਲਈ ਹੈ। ਗੁਰੂ ਦੀ ਗੋਲਕ। ਗੁਰੂ ਅਰਜਨ ਦੇਵ ਸਾਹਿਬ ਕੋਲ ਕੋਈ ਗਰੀਬ ਆ ਕੇ ਕਹਿੰਦਾ ਮਹਾਰਾਜ ਮੇਰੇ ਬੱਚੀ ਦਾ ਵਿਆਹ ਨਹੀਂ ਹੁੰਦਾ, ਕੋਈ ਘਰ ਦਾ ਸਾਧਨ ਨਹੀਂ। ਮਹਾਰਾਜ ਕਹਿੰਦੇ ਲੈ ਭਾਈ ਗੁਰੂ ਦੀ ਗੋਲਕ 'ਚੋਂ ਮਾਇਆ ਲੈ ਜਾ, ਆਪਣਾ ਕੰਮ ਚਲਾ ਲੈ, ਬੱਚੀ ਵਿਆਹ ਲੈ। ਜੇ ਕੋਈ ਕਹਿੰਦਾ ਮਹਾਰਾਜ ਮੇਰੇ ਕੋਲ ਦਵਾਈ ਬੂਟੀ ਜੋਗਾ ਪੈਸਾ ਨਹੀਂ, ਮਹਾਰਾਜ ਉਹਨੂੰ ਮਾਇਆ ਦੇ ਕੇ ਉਹਦਾ ਇਲਾਜ ਕਰਾ ਦਿੰਦੇ ਹੈ। ਗੁਰੂ ਅਰਜਨ ਦੇਵ ਜੀ ਇੰਨੇ ਦਿਆਲੂ ਨੇ ਵੀ ਉਹਨਾਂ ਦੇ ਬੂਹੇ ਤੋਂ ਕੋਈ ਭੁੱਖਾ ਨੰਗਾ ਗਰੀਬ ਖਾਲੀ ਨਹੀਂ ਜਾਂਦਾ। ਹਾਂਜੀ। ਜਾਚਕ ਤ੍ਰਿਪਤ ਘਰੇ ਤਿਸ ਬੇਰਾ। ਉਹ ਮੰਗਤਿਆਂ ਨੂੰ, ਲੋੜਵੰਦਾਂ ਨੂੰ ਤ੍ਰਿਪਤ ਕਰਕੇ ਰਜਾ ਕੇ ਭੇਜਦੇ ਹਨ। ਹਾਂਜੀ। ਕਲਪਤਰੂ ਅਨਮਾਨਤ ਕੋਈ। ਲੋਕ ਕਹਿੰਦੇ ਨੇ ਇਹ ਗੁਰੂ ਅਰਜਨ ਦੇਵ ਜੀ ਕਲਪ ਬਿਰਸ਼ ਨੇ। ਕਹਿੰਦੇ ਨੇ ਕਲਪ ਬਿਰਸ਼ ਇੱਕ ਇਹੋ ਜਿਹਾ ਬਿਰਸ਼ ਹੈ ਵੀ ਉਹਦੇ ਕੋਲੋਂ ਜੋ ਵੀ ਮੰਗੀਏ ਨਾ ਮਿਲ ਜਾਂਦਾ, ਜਿਹੜਾ ਵੀ ਫਲ ਮੰਗੀਏ ਉਹੀ ਫਲ ਮਿਲ ਜਾਂਦਾ। ਗੁਰੂ ਅਰਜਨ ਦੇਵ ਜੀ ਕੋਲੋਂ ਜੋ ਵੀ ਮੰਗੀਏ ਉਹੀ ਮਿਲ ਜਾਂਦਾ। ਇਹ ਤੇ ਕਲਪ ਬਿਰਸ਼ ਹੀ ਸੰਸਾਰ 'ਤੇ ਆਏ ਹੋਏ ਨੇ। ਹਾਂਜੀ। ਕਹਿ ਚਿੰਤਾ ਮਨ ਕੋ ਬਪ ਹੋਈ। ਕੋਈ ਕਹਿੰਦਾ ਵੀ ਗੁਰੂ ਅਰਜਨ ਦੇਵ ਜੀ ਚਿੰਤਾਮਣੀ ਨੇ। ਚਿੰਤਾਮਣੀ ਇਹੋ ਜਿਹੀ ਮਣੀ ਹੁੰਦੀ ਹੈ ਵੀ ਜਿਹਦੇ ਹੱਥ 'ਚ ਆ ਜਾਵੇ, ਆਉਂਦੀ ਤਾਂ ਨਹੀਂ ਸਾਡੇ ਲੋਕਾਂ ਦੇ, ਸੰਸਾਰੀ ਬੰਦਿਆਂ ਦੇ, ਜੇ ਸਾਡੇ ਕੋਲ ਆ ਜਾਏ ਤਾਂ ਅਸੀਂ ਸਾਰੀ ਦੁਨੀਆ ਦੀਆਂ ਚੀਜ਼ਾਂ ਮੰਗਾ ਲੈਣੀਆਂ ਵੀ ਮੇਰੇ ਕੋਲ ਆਹ ਵੀ ਆ ਜਾਏ, ਆਹ ਵੀ ਆ ਜਾਏ, ਆਹ ਵੀ ਆ ਜਾਏ। ਪਰ ਜੇ ਉਹ ਕਿਸੇ ਕੋਲ ਆ ਜਾਵੇ ਚਿੰਤਾਮਣੀ, ਤਾਂ ਫਿਰ ਉਹ ਬੰਦਾ ਜੋ ਵੀ ਚਿੰਤਨ ਕਰਦਾ ਉਹੀ ਚੀਜ਼ ਉਹਦੇ ਕੋਲ ਆ ਜਾਂਦੀ ਹੈ। ਤਾਂ ਗੁਰੂ ਅਰਜਨ ਦੇਵ ਜੀ ਵੀ ਤਾਂ ਚਿੰਤਾਮਣੀ ਹਨ, ਪ੍ਰਤੱਖ ਹਨ ਵੀ ਜੋ ਇਹਨਾਂ ਕੋਲੋਂ ਜਾ ਕੇ ਮੰਗੀ ਉਹੀ ਮਿਲ ਜਾਂਦਾ ਹੈ। ਗੋਇੰਦਵਾਲ ਨਿਕਟ ਜੇ ਗ੍ਰਾਮ। ਸ੍ਰੀ ਗੋਇੰਦਵਾਲ ਸਾਹਿਬ ਦੇ ਲਾਗੇ ਚਾਗੇ ਜਿਹੜੇ ਪਿੰਡ ਹਨ, ਇਲਾਕਾ ਹੈ ਗੋਇੰਦਵਾਲ ਸਾਹਿਬ ਦਾ। ਸ੍ਰੀ ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਇਸੇ ਤਰ੍ਹਾਂ ਕੰਗ, ਹੋਰ ਬੜੇ ਪਿੰਡ ਹਨ, ਉਹਨਾਂ ਪਿੰਡਾਂ ਦੀਆਂ ਸੰਗਤਾਂ। ਹਾਂਜੀ। ਸੁਣ ਜਾਚਕ ਆਏ ਤਜ ਧਾਮ। ਉਹ ਦਰਸ਼ਨ ਕਰਨ ਆਉਂਦੀਆਂ ਨੇ। ਜਿਹੜੇ ਉੱਥੋਂ ਦੇ ਲੋੜਵੰਦ ਗਰੀਬ ਮੰਗਤੇ ਵਿਚਾਰੇ, ਘਰ 'ਚ ਖਰਚੇ ਪਾਣੀ ਦਾ ਸਾਧਨ ਕੋਈ ਨਹੀਂ, ਰੋਟੀ ਦਾ ਸਾਧਨ ਕੋਈ ਨਹੀਂ, ਬੱਚਿਆਂ ਦੇ ਵਾਸਤੇ ਕੋਈ ਸਾਧਨ ਕੋਈ ਨਹੀਂ, ਉਹ ਵੀ ਆ ਜਾਂਦੇ। ਉਹ ਵੀ ਆ ਕੇ ਕਹਿੰਦੇ ਮਹਾਰਾਜ ਸਾਡੇ ਗਰੀਬਾਂ 'ਤੇ ਕੋਈ ਰਹਿਮ ਕਰੋ, ਸਾਨੂੰ ਖਾਣ ਪੀਣ ਦੇ ਲਈ, ਬੱਚਿਆਂ ਦੇ ਗੁਜ਼ਾਰੇ ਲਈ ਬਖਸ਼ੋ ਕੁਝ। ਮਹਾਰਾਜ ਕਹਿੰਦੇ ਲਓ ਭਾਈ ਚੁੱਕੀ ਜਾਓ, ਛਕੀ ਜਾਓ।
ਜਿਵੇਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ 'ਚ 13 ਕਰਕੇ ਤੋਲਦੇ ਗਰੀਬਾਂ ਵਾਸਤੇ, ਤੇ ਜਿਹੜਾ ਆਵੇ ਉਹਦੀ ਝੋਲੀ ਭਰ ਦਿੰਦੇ ਸੀ। ਇਵੇਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਖੁੱਲੇ ਹੱਥੀਂ ਵਰਤਾ ਰਹੇ ਹਨ। ਮਨ ਬਾਂਛਿਤ ਸਭ ਲੇਕਰ ਗਮਨੇ, ਜਿਹੜਾ ਵੀ ਮਨ ਇੱਛਤ ਫਲ ਮੰਗਦਾ ਗੁਰੂ ਸਾਹਿਬ ਤੋਂ ਲੈ ਕੇ ਹੀ ਜਾਂਦਾ ਹੈ, ਖਾਲੀ ਨਹੀਂ ਕੋਈ ਜਾਂਦਾ ਗੁਰੂ ਸਾਹਿਬ ਦੇ ਦਰਵਾਜ਼ੇ ਤੋਂ। ਸਰਬ ਕਰਤ ਜਸ ਨਿਜ ਨਿਜ ਭਵਨੇ, ਸਾਰੇ ਮਹਾਰਾਜ ਗੁਰੂ ਅਰਜਨ ਦੇਵ ਦਾ ਜਸ ਕਰਦੇ ਹੋਏ ਆਪਣੇ ਘਰਾਂ ਨੂੰ ਜਾਂਦੇ ਹਨ। ਹੇਤ ਪਿਤਾ ਬਹੁ ਦੀਨ ਸਦਾਨ, ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੋਵੇਂ ਹੱਥੀਂ ਵਰਤਾਇਆ, ਖੁੱਲੇ ਹੱਥੀਂ ਖਜ਼ਾਨੇ ਵੰਡੇ ਹਨ। ਕੀਰਤ ਪਸਰੀ ਬਿਦਤ ਜਹਾਨ, ਬੜੀ ਕੀਰਤੀ ਹੋ ਰਹੀ ਹੈ, ਜਸ ਹੋ ਰਿਹਾ ਵੀ ਬੜੇ ਖੁੱਲੇ ਦਿਲ ਵਾਲੇ ਸਖੀ ਸਤਿਗੁਰੂ ਹਨ, ਜੋ ਕੋਈ ਮੰਗੇ ਉਹੀ ਦਿੰਦੇ ਹਨ। ਹੁਣ ਸ੍ਰੀ ਅਰਜਨ ਹਿਰਦੇ ਵਿਚਾਰਾ, ਫਿਰ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਨ 'ਚ ਸੋਚਿਆ, ਵਿਚਾਰ ਕੀਤੀ ਸਤਿਗੁਰੂ ਜੀ ਨੇ ਪਿਤਾ ਨਗਰ ਬਸ ਬੇਹਿਤ ਧਾਰਾ, ਕਿ ਸਾਡੇ ਪਿਤਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਨਗਰ ਵਸਾਇਆ ਹੈ, ਸ੍ਰੀ ਰਾਮਦਾਸਪੁਰਾ, ਸ੍ਰੀ ਅੰਮ੍ਰਿਤਸਰ, ਉਹਦੀ ਸੇਵਾ ਵੀ ਤਾਂ ਕਰਾਣੀ ਹੈ। ਅੰਮ੍ਰਿਤ ਸਰੋਵਰ ਦੀ ਸੇਵਾ ਹੋਣੀ ਹੈ, ਤੇ ਉਹ ਸੇਵਾ ਉੱਥੇ ਰਹਿ ਕੇ ਹੀ ਹੋ ਸਕਦੀ ਹੈ। ਉੱਥੇ ਰਹਿਣਾ ਸਾਡੇ ਲਈ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ। ਹਾਂਜੀ, ਨਾਨੇ ਕੋ ਇਸ ਥਲ ਪਰਵਾਰ, ਇਹ ਜਿਹੜਾ ਗੋਇੰਦਵਾਲ ਸਾਹਿਬ ਹੈ, ਸਾਡੇ ਨਾਨਕਿਆਂ ਦਾ ਘਰ ਹੈ, ਗੁਰੂ ਅਮਰਦਾਸ ਮਹਾਰਾਜ ਦਾ ਘਰ ਹੈ। ਤੇ ਨਾਨਕਿਆਂ ਨੂੰ ਇੱਥੇ ਰਹਿਣ ਦਈਏ, ਆਪਾਂ ਉੱਥੇ ਆਪਣੇ ਨਗਰ ਚੱਲੀਏ। ਬਹੁਤਾ ਚਿਰ ਨਾਨਕਿਆਂ ਦੇ ਘਰ ਰਹਿਣਾ ਠੀਕ ਨਹੀਂ ਸਮਝਿਆ। ਬਸੋ ਸੁਖੀ ਨਿਤ ਬਧੋ ਉਦਾਰ, ਮਹਾਰਾਜ ਕਹਿੰਦੇ ਨਾਨਕਿਆਂ ਦੇ ਪਰਿਵਾਰ ਨੂੰ, ਮਾਮਾ ਮੋਹਰੀ ਜੀ ਨੂੰ, ਮਾਮਾ ਮੋਹਣ ਜੀ ਨੂੰ, ਕਿ ਮਾਮਾ ਜੀ ਤੁਸੀਂ ਦੋਵੇਂ ਭਰਾ ਆਪਣੇ ਬੱਚਿਆਂ ਸਮੇਤ ਖੁਸ਼ੀ ਵਸੋ। ਇਹ ਗੁਰੂ ਸਾਹਿਬ ਦਾ ਪਰਿਵਾਰ ਹੈ, ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਵੱਧਦਾ ਫੁੱਲਦਾ ਰਵੇ। ਬਸ ਬੋ ਇਹਾਂ ਅਜੋਗ ਹਮਾਰੋ, ਮਾਮਾ ਜੀ ਸਾਡਾ ਇੱਥੇ ਰਹਿਣਾ ਬਹੁਤਾ ਠੀਕ ਨਹੀਂ ਹੈ ਲੰਮੇ ਸਮੇਂ ਲਈ, ਸੰਗਤ ਦਿਨ ਪ੍ਰਤ ਆਏ ਹਜ਼ਾਰੋ, ਕਿਉਂਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸੰਗਤਾਂ ਬਹੁਤ ਆਉਂਦੀਆਂ ਨੇ, ਹਜ਼ਾਰਾਂ ਸੰਗਤਾਂ ਆਉਂਦੀਆਂ ਨੇ। ਖੇਦ ਹੋਤ ਸਭ ਹੀ ਬਿਦ ਜਾਣਿਓ, ਤੇ ਇਹਦਾ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਖੇਦ ਹੁੰਦਾ ਹੈ, ਕਸ਼ਟ ਸਹਿਣਾ ਪੈਂਦਾ, ਸੰਗਤ ਨੂੰ ਸਾਂਭਣਾ ਪੈਂਦਾ, ਲੰਗਰ ਦੀ ਸੇਵਾ, ਉਹਨਾਂ ਦੇ ਰਹਿਣ ਸਹਿਣ ਦੀ ਸੇਵਾ। ਤਾਂ ਇਸ ਕਰਕੇ ਸਾਡੇ ਕਰਕੇ ਤੁਹਾਨੂੰ ਸੰਗਤਾਂ ਕਰਕੇ ਬਹੁਤ ਖੇਚਲ ਕਰਨੀ ਪੈਂਦੀ ਹੈ, ਤੇ ਅਸੀਂ ਸ੍ਰੀ ਅੰਮ੍ਰਿਤਸਰ ਚਲੇ ਜਾਂਦੇ ਹਾਂ। ਚਲਨ ਸੁਦਾਸਰ ਕੋ ਹਿਤ ਠਾਨਿਓ, ਸਾਡਾ ਮਨ ਕਰਦਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਈਏ, ਸੰਗਤਾਂ ਵੀ ਉੱਥੇ ਆਉਣਗੀਆਂ ਤੇ ਨਾਲੇ ਸਰੋਵਰ ਦੀ ਸੇਵਾ ਪੂਰੀ ਹੋ ਜਾਏਗੀ। ਮੋਹਨ ਅਪਰ ਮੋਹਰੀ ਸਾਥ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ ਦੇ ਨਾਲ ਇਹ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਨਮੋ ਠਾਨ ਸ੍ਰੀ ਅਰਜਨ ਨਾਥ, ਦੋਵਾਂ ਮਾਮਿਆਂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਕਹਿਓ ਪਿਤਾ ਕੀ ਆਇਸ ਮੋਹੇ, ਕਹਿਣ ਲੱਗੇ ਮਾਮਾ ਜੀ ਮੈਨੂੰ ਮੇਰੇ ਪਿਤਾ ਜੀ ਦੀ ਆਗਿਆ ਹੈ ਕਾਰ ਸੁਦਾ ਸਰ ਕਰਵੇ ਜੋਹੇ, ਕਿ ਉਹਨਾਂ ਨੇ ਕਿਹਾ ਸੀ ਕਿ ਸਰੋਵਰ ਦੀ ਸੇਵਾ ਬੜੀ ਸ਼ਰਧਾ ਨਾਲ ਕਰਾਣੀ ਹੈ। ਇਦਾਂ ਸਮਝਣਾ ਹੈ ਵੀ ਆਪਣੇ ਪਿਤਾ ਦੇ ਸਰੀਰ ਦੀ ਸੇਵਾ ਕਰ ਰਹੇ ਹਾਂ। ਅੰਮ੍ਰਿਤ ਸਰੋਵਰ ਨੂੰ ਗੁਰੂ ਰਾਮਦਾਸ ਜੀ ਕਹਿ ਕੇ ਗਏ ਨੇ ਵੀ ਉਹ ਸਰੋਵਰ ਸਾਡਾ ਸਰੀਰ ਹੀ ਹੈ। ਜਿੰਨਾ ਤੁਸੀਂ ਆਪਣੇ ਪਿਤਾ ਦੇ ਚਰਨਾਂ ਦੀ ਸੇਵਾ ਕਰਦੇ ਹੋ, ਸਰੀਰ ਦੀ ਸੇਵਾ ਕਰਦੇ ਹੋ, ਇੰਨੀ ਸਰੋਵਰ ਦੀ ਸੇਵਾ ਕਰਨੀ ਭਾਵਨਾ ਨਾਲ, ਸ਼ਰਧਾ ਨਾਲ। ਸਾਧ ਸੰਗਤ ਜੀ, ਕਈ ਲੋਕ ਅੱਜ ਕੱਲ੍ਹ ਇੰਨਾ ਸਮਝਦੇ ਆ ਵੀ ਸ਼ਾਇਦ ਮਹਿਜ ਇੱਕ ਪਾਣੀ ਦਾ ਤਲਾਬ ਹੀ ਹੈ, ਸਰੋਵਰ ਹੀ ਹੈ। ਸਾਧ ਸੰਗਤ ਜੀ, ਸਰੋਵਰ ਤੇ ਨਾ ਪਾਣੀ ਦੇ ਤਲਾਬ ਤਾਂ ਪੰਜਾਬ ਦੇ ਹਰ ਪਿੰਡ 'ਚ ਹਨ। ਹਰਿਆਣੇ ਵਿੱਚ ਚਲੇ ਜਾਓ, ਬੜੇ ਬੜੇ ਵੱਡੇ ਵੱਡੇ ਤਲਾਬ ਹਨ, ਪਰ ਕਿਸੇ ਦੀ ਇੰਨੀ ਮਹਿਮਾ ਹੈ ਵੀ ਗੁਰਬਾਣੀ 'ਚ ਲਿਖਿਆ ਹੋਵੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਤੇ ਫਿਰ ਕੋਈ ਇਹੋ ਜਿਹਾ ਤਲਾਬ, ਕੋਈ ਸਰੋਵਰ ਹੈ ਜਿਹਦੇ ਵਾਸਤੇ ਬਾਬਾ ਦੀਪ ਸਿੰਘ ਜੀ ਵਰਗੇ ਸਿਰ ਤਲੀ ਤੇ ਧਰ ਕੇ ਲੜੇ ਹੋਣ, ਜਿਹਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਭਾਈ ਮਨੀ ਸਿੰਘ ਵਰਗਿਆਂ ਨੇ ਬੰਦ ਕਟਾਏ ਹੋਣ,
ਜਿਹਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਸੁੱਖਾ ਸਿੰਘ ਤੇ ਮਤਾਬ ਸਿੰਘ ਵਰਗਿਆਂ ਨੇ ਤੇਗਾਂ ਮਾਰੀਆਂ ਹੋਣ। ਕੋਈ ਹੈ ਇਹੋ ਜਿਹਾ ਸਰੋਵਰ ਜਿਹਦੇ ਤੇ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਵਰਗੇ ਸ਼ਹੀਦ ਹੋਏ ਹੋਣ। ਸਾਧ ਸੰਗਤ ਜੀ, ਜਿੰਨੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੱਟਾਂ ਲੱਗੀਆਂ ਨੇ, ਉਸ ਨਾਲੋਂ 100 ਗੁਣਾ ਜ਼ਿਆਦਾ ਸਿੰਘਾਂ ਸ਼ਹੀਦਾਂ ਦੇ ਸਿਰ ਲੱਗੇ ਨੇ। ਇਸ ਕਰਕੇ ਇਹ ਸਥਾਨ ਸਾਰੇ ਸੰਸਾਰ 'ਚੋਂ ਸ਼੍ਰੋਮਣੀ ਗੁਰੂ ਰਾਮਦਾਸ ਸਾਹਿਬ ਦਾ ਰੂਪ ਹੀ ਹੈ। ਇਹਦੇ 'ਤੇ ਕਿਸੇ ਪ੍ਰਕਾਰ ਦਾ ਸ਼ੰਕਾ ਕਰਨਾ ਗੁਰਸਿੱਖੀ ਤੋਂ ਮਨੁੱਕਰ ਹੋਣ ਵਾਲੀ ਗੱਲ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਨੂੰ, ਪੁੱਤਰ ਇਸ ਸਰੋਵਰ ਨੂੰ ਮਹਿਜ ਇੱਕ ਸਰੋਵਰ ਕਰਕੇ, ਤਲਾਅ ਕਰਕੇ, ਜਲਾਸ਼ਯ ਕਰਕੇ ਨਹੀਂ ਸਮਝਣਾ, ਇਹਨੂੰ ਸਮਝਣਾ ਕਿ ਇਹ ਗੁਰੂ ਰਾਮਦਾਸ ਦਾ ਸਰੀਰ ਹੈ। ਤੋ ਮਾਮਾ ਜੀ, ਸਾਡੇ ਪਿਤਾ ਜੀ ਦਾ ਹੁਕਮ ਹੈ ਕਿ ਉਹਦੀ ਸੇਵਾ ਕਰਵਾਈਏ ਜਾ ਕੇ। ਹਾਂਜੀ, ਤਹਾਂ ਪਹੁੰਚ ਹਮ ਚਹਿਤ ਕਰਾਈ। ਅਸੀਂ ਹੁਣ ਜਾ ਕੇ ਉਸ ਸਰੋਵਰ ਦੀ ਸੇਵਾ ਕਰਾਣੀ ਚਾਹੁੰਦੇ ਹਾਂ। ਇਮ ਕਹਿ ਮਾਤੁਲ ਆਗਿਆ ਪਾਈ। ਇਸ ਤਰ੍ਹਾਂ ਕਹਿ ਕੇ ਮਾਮਾ ਜੀ ਕੋਲੋਂ, ਮਾਮਾ ਮੋਹਨ ਜੀ ਤੇ ਮਾਮਾ ਮੋਹਰੀ ਜੀ ਕੋਲੋਂ ਆਗਿਆ ਲਈ ਹੈ। ਤਿਆਰੀ ਕਰੀ ਸਗਲ ਸੰਗ ਮਿਲੇ। ਫਿਰ ਤਿਆਰੀ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਰਿਆਂ ਨੂੰ ਮਿਲੇ ਹਨ। ਆਪਣੀਆਂ ਮਾਮੀਆਂ ਨੂੰ, ਆਪਣੇ ਭਾਈ ਜਿਹੜੇ ਚਾਚੇ ਮਾਮੇ ਦੇ ਪੁੱਤਰ ਹਨ, ਬਾਬਾ ਆਨੰਦ ਜੀ, ਬਾਬਾ ਅਰਜਾਨੀ ਮੱਲ ਜੀ, ਬਾਬਾ ਅਰਥਮਲ ਜੀ, ਬਾਬਾ ਸੰਸਰਾਮ ਜੀ, ਇਹ ਜਿਹੜੇ ਬਹੁਤ ਮਹਾਂਪੁਰਸ਼ ਹੋਏ ਨੇ ਸਾਰੇ ਗੁਰੂ ਅਮਰਦਾਸ ਦੇ ਪੋਤਰੇ। ਬਾਬਾ ਆਨੰਦ ਜੀ, ਬਾਬਾ ਅਰਥਮਲ ਜੀ ਤੇ ਬਾਬਾ ਅਰਜਾਨੀ ਮੱਲ ਜੀ, ਤਿੰਨੇ ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਤੇ ਬਾਬਾ ਸੰਸਰਾਮ ਜੀ ਬਾਬਾ ਮੋਹਨ ਜੀ ਦੇ ਪੁੱਤਰ ਸਨ। ਉਹਨਾਂ ਦੇ ਇੱਕੋ ਹੀ ਸੀ। ਬਾਬਾ ਮੋਹਰੀ ਦੇ 3 ਪੁੱਤਰ ਸਨ। ਬਾਬਾ ਸੰਸਰਾਮ ਜੀ ਨੇ ਹੀ ਸ੍ਰੀ ਗੋਇੰਦਵਾਲ ਸਾਹਿਬ ਵਾਲੀ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਜੀ ਦੇ ਕੋਲ ਰਹਿ ਕੇ ਲਿਖੀਆਂ ਸਨ। ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਨੂੰ ਇਹ ਹੁਕਮ ਦਿੱਤਾ ਸੀ ਕਿ ਬੇਟਾ, ਤੁਹਾਡੀ ਲਿਖਾਈ ਬੜੀ ਸੋਹਣੀ ਹੈ, ਤਿੰਨਾਂ ਗੁਰੂ ਸਾਹਿਬਾਂ ਦੀ ਬਾਣੀ ਲਿਖੋ। ਉਹਨਾਂ ਨੇ ਤਿੰਨਾਂ ਪਾਤਸ਼ਾਹੀਆਂ ਦੀ ਬਾਣੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਦੀ ਬਾਣੀ ਨੂੰ ਬਾਬਾ ਸੰਸਰਾਮ ਜੀ ਨੇ ਲਿਖਿਆ। ਬਾਅਦ 'ਚ ਇੱਕ ਦੂਸਰੀ ਪੋਥੀ ਬਣਾਈ ਜਿਸ 'ਚ ਗੁਰੂ ਰਾਮਦਾਸ ਦੀ ਬਾਣੀ ਨੂੰ ਵੀ ਬਾਬਾ ਸੰਸਰਾਮ ਜੀ ਨੇ ਲਿਖਿਆ। ਉਹ ਪੋਥੀਆਂ ਫਿਰ ਗੁਰੂ ਅਰਜਨ ਦੇਵ ਜੀ ਲੈ ਕੇ ਆਏ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਹੈ। ਸੋ ਬਾਬਾ ਸੰਸਰਾਮ ਜੀ ਨੂੰ, ਬਾਬਾ ਆਨੰਦ ਜੀ ਨੂੰ, ਅਰਥਮਲ ਜੀ ਨੂੰ, ਅਰਜਾਨੀ ਮੱਲ ਜੀ ਨੂੰ ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਮਿਲੇ ਹਨ ਜਾਣ ਲੱਗਿਆਂ। ਚੜ ਵਾਹਨ ਪਰ ਮਾਰਗ ਚੱਲੇ। ਬਾਕੀ ਸਾਰੀ ਸੰਗਤ ਨੂੰ ਮਿਲ ਕੇ ਪਿਆਰ ਨਾਲ ਆਪ ਜੀ ਰੱਥ 'ਤੇ ਸਵਾਰ ਹੋਏ ਨੇ ਤੇ ਸ੍ਰੀ ਅੰਮ੍ਰਿਤਸਰ ਦੇ ਰਾਹ ਪੈ ਗਏ ਨੇ। ਨਿਸ ਇੱਕ ਬਸ ਕੈ ਪੰਥ ਮਝਾਰਾ। ਇੱਕ ਰਾਤ ਰਸਤੇ 'ਚ ਰਹੇ ਹਨ, ਸਹਿਜੇ ਸਹਿਜੇ ਚੱਲਦੇ ਗਏ ਹਨ। ਪਹੁੰਚਤ ਭੇ ਸਤਿਗੁਰੂ ਉਦਾਰਾ। ਫਿਰ ਮਹਾਰਾਜ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ 'ਚ ਪਹੁੰਚ ਗਏ ਹਨ। ਪਿਤਾ ਸਥਾਨ ਮਾਤ ਕੋ ਟੇਕਾ। ਜਿੱਥੇ ਪਿਤਾ ਜੀ ਦਾ ਸਥਾਨ ਸੀ ਸ੍ਰੀ ਅੰਮ੍ਰਿਤਸਰ ਵਿੱਚ, ਉੱਥੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਨਿਜ ਗ੍ਰਹਿ ਪ੍ਰਵੇਸ਼ੇ ਜਲਦ ਵਿਵੇਕਾ। ਫਿਰ ਆਪਣੇ ਘਰ ਗੁਰੂ ਕੇ ਮਹਿਲਾਂ 'ਚ ਜਾ ਪ੍ਰਵੇਸ਼ ਕੀਤਾ ਹੈ। ਬਸਨ ਲਗੇ ਸ੍ਰੀ ਅੰਮ੍ਰਿਤਸਰ ਮੈਂ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਗਏ ਤੇ ਇੱਥੇ ਹੀ ਰਹਿਣ ਲੱਗ ਪਏ। ਸਿਮਰਹਿ ਸਤਿਗੁਰ ਆਗਿਆ ਉਰਮੈ। ਗੁਰੂ ਸਾਹਿਬ ਜੀ ਦੀ ਆਗਿਆ, ਪਿਤਾ ਗੁਰੂ ਰਾਮਦਾਸ ਦਾ ਹੁਕਮ ਮੰਨ ਕੇ ਸਰੋਵਰ ਦੀ ਸੇਵਾ ਕਰਾਉਣੀ, ਸ੍ਰੀ ਅੰਮ੍ਰਿਤਸਰ ਨੂੰ ਰੌਣਕਾਂ ਲਾਉਣੀਆਂ, ਇਹ ਕਾਰਜ ਗੁਰੂ ਸਾਹਿਬ ਕਰਨਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸੰਗਤ ਸਕਲ ਆਏ ਕਰ ਪਾਸ। ਸਮੂਹ ਸੰਗਤਾਂ ਸਾਧ ਸੰਗਤ ਜੀ ਆਉਂਦੀਆਂ ਨੇ ਦੂਰੋਂ ਦੂਰੋਂ ਚੱਲ ਕੇ। ਅਰ ਪਹਿ ਭੇਟ ਕਰ ਹੈ ਅਰਦਾਸ। ਸੋ ਭੇਟਾਵਾਂ ਅਰਪਣ ਕਰਦੀਆਂ ਨੇ, ਆਪੋ ਆਪਣੀਆਂ ਅਰਦਾਸਾਂ ਗੁਰੂ ਚਰਨਾਂ 'ਚ ਰੱਖਦੇ ਹਨ। ਨਗਰ ਆਗਰੇ ਤੇ ਕਰ ਬਾਸ। ਔਰ ਆਗਰੇ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਸੰਗਤ ਜਿਹੜੀ ਭਾਈ ਗੁਰਦਾਸ ਜੀ ਦੇ ਨਾਮ ਸਮੇਂ ਤੋਂ ਬਣੀ ਹੋਈ ਸੀ ਪਹਿਲਾਂ, ਇੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸਾਰੀ ਦੁਨੀਆ 'ਚ ਗਏ ਨੇ। ਉੱਧਰ ਪ੍ਰਚਾਰ ਕੀਤਾ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਸਾਰੇ ਪਾਸੇ। ਫਿਰ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਭੇਜਿਆ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ।
ਇਸ ਕਰਕੇ ਉੱਥੇ ਬੜੀ ਸੰਗਤ ਆਗਰੇ ਵਿੱਚ ਹੈ। ਸੰਗਤ ਬ੍ਰਿੰਦ ਸੰਗ ਗੁਰਦਾਸ। ਉਹ ਪੰਜਾਬ ਨੂੰ ਆ ਰਹੀ ਭਾਈ ਗੁਰਦਾਸ ਦੇ ਨਾਲ ਸਾਰੀ ਸੰਗਤ। ਉਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।